ਤੇ ਸਮੁੰਦਰ ਤੇ ਹੋਰ ਸਾਰੀਆਂ ਚੀਜ਼ਾਂ, ਪਰ ਪ੍ਰਸਾਦ ਨਹੀਂ ਹੈਗੇ, ਉਹ ਆਨੰਦ ਸਰੂਪ ਨਹੀਂ ਹੈਗੇ। ਆਨੰਦ ਸਰੂਪ ਸਿਰਫ ਸਾਡੇ ਅਕਾਲ ਪੁਰਖ ਵਾਹਿਗੁਰੂ, ਸਾਡੇ ਸਤਿਗੁਰੂ ਹੀ ਹਨ। ਤੇ ਜਿਹੜਾ ਪ੍ਰਸਾਦ ਆਨੰਦ ਅੱਖਰ ਹੈ, ਇਸ ਅੱਖਰ ਨੂੰ ਲੈ ਕੇ ਵੀ ਲੋਕਾਂ ਨੇ ਬਚਨ ਕਰਨੇ ਸ਼ੁਰੂ ਕਰਤੇ ਕਿ ਬੜਾ ਆਨੰਦ ਆਇਆ ਜੀ ਅੱਜ। ਕਾਹਦਾ? ਖਾ ਪੀ ਕੇ, ਸੌਂ ਕੇ। ਹੁਣ ਸਿੱਧਾ ਨੇ ਫੇਰ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਇਹ ਜਿਹੜਾ ਪ੍ਰਸਾਦ ਕੱਲਾ ਕਹਿ ਦਿੰਦੇ ਤਾਂ ਇੱਕ ਕਿਉਂ ਲਾਤਾ ਫਿਰ ਇਹਦੇ ਅੱਗੇ? ਫਿਰ ਉਹਨੂੰ ਦੁਬਾਰਾ ਥੋੜਾ ਜਿਹਾ ਵਿਆਖਿਆ ਇੰਨੀ ਹੈ ਬਸ, ਉਹ ਇੱਕ ਓੰਕਾਰ ਤੱਕ ਹੀ ਹੈ ਇਹ। ਫਿਰ ਆਪ ਜੀ ਨੇ ਇੱਕ ਕਿਉਂ ਲਾਇਆ? ਮਹਾਰਾਜ ਕਹਿੰਦੇ ਇਸ ਕਰਕੇ ਸਾਨੂੰ ਇੱਕ ਲਾਉਣਾ ਪਿਆ ਕਿਉਂਕਿ ਪ੍ਰਸਾਦ ਜਿਹੜਾ ਆਨੰਦ ਹੈ ਨਾ, ਜੇ ਤੀਜੇ ਪਾਤਸ਼ਾਹ ਕਹਿੰਦੇ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਲੋਕਾਂ ਨੇ ਭੋਗਾਨੰਦ ਨੂੰ ਹੀ ਆਨੰਦ ਮੰਨ ਲਿਆ, ਭੋਗਾਂ ਵਿੱਚ ਹੀ ਆਨੰਦ ਮੰਨਦੀ ਦੁਨੀਆ। ਕਹਿੰਦੇ ਵਿਸ਼ੇ ਭੋਗਾਂ ਵਿੱਚ ਬੜਾ ਆਨੰਦ ਹੈ, ਖਾਣ ਪੀਣ ਵਿੱਚ ਬੜਾ ਆਨੰਦ ਹੈ, ਸੌਣ ਵਿੱਚ ਬੜਾ ਆਨੰਦ ਹੈ। ਤੇ ਜੋਗੀਆਂ ਨੇ ਮਿੱਠੀ ਕਫ ਨੂੰ ਗ੍ਰਹਿਣ ਕਰਨਾ ਹੀ ਆਨੰਦ ਮੰਨ ਲਿਆ। ਉਹ ਕਹਿੰਦੇ ਜੋਗਾਨੰਦ ਵਿੱਚ ਹੀ ਆਨੰਦ ਹੈ। ਇਹਨਾਂ ਦੇ ਆਨੰਦ ਜਿਹੜੇ ਨੇ ਦੁਨੀਆ ਦੇ ਆਨੰਦ, ਤੇ ਜੋ ਜਿਹੜੇ ਦੁਨੀਆ ਦੇ ਆਨੰਦ ਨੇ ਉਹ ਤਾਂ ਇਉਂ ਨੇ ਜਿਵੇਂ ਠੂਠੇ ਦਾ ਪਾਣੀ। ਜਿਵੇਂ ਆਪਾਂ ਇੱਕ ਦੀਵੇ ਦੇ ਵਿੱਚ ਪਾਣੀ ਪਾ ਦਈਏ, ਛੋਟੇ ਜਿਹੇ ਬਰਤਨ 'ਚ ਪਾਣੀ ਪਾ ਦਈਏ, ਉਹ ਮੁੱਕ ਜਾਂਦਾ, ਸੁੱਕ ਜਾਂਦਾ, ਡੁੱਲ ਜਾਂਦਾ, ਜੂਠਾ ਹੋ ਜਾਂਦਾ, ਕਿਰਮ ਪੈ ਜਾਂਦੇ ਨੇ, ਉੱਡ ਜਾਂਦਾ। ਉਹ ਕੀ ਚੀਜ਼ ਹੈ? ਕੁਝ ਵੀ ਨਹੀਂ ਹੈ। ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ। ਥੋੜੇ ਜਿਹੇ ਨੇ ਇਹ। ਜਿਹੜਾ ਜੋਗੀਆਂ ਕੋਲ ਜੋਗਾਨੰਦ ਹੈ ਇਹ ਕਿੰਨਾ ਕੁ ਹੈ? ਇਹ ਇੰਨਾ ਕਿ ਜਦ ਤੱਕ ਬਿਰਤੀ ਉੱਪਰ ਚੜੀ ਰਹਿੰਦੀ ਹੈ ਉਦੋਂ ਤੱਕ ਤਾਂ ਆਨੰਦ ਬਣਿਆ ਰਹਿੰਦਾ। ਜੋਗਾਨੰਦ ਲੈਂਦੇ ਨੇ ਮਿੱਠੀ ਕਫ ਨੂੰ ਲੈ ਕੇ, ਕਹਿੰਦੇ ਬੜਾ ਆਨੰਦ ਆਇਆ, ਬੜਾ ਰਸ ਹੈ। ਜਦੋਂ ਥੱਲੇ ਸਵਾਸ ਉਤਰ ਆਉਂਦੇ ਨੇ ਫਿਰ ਉਹ ਆਨੰਦ ਖਤਮ ਹੋ ਜਾਂਦਾ। ਇਸ ਕਰਕੇ ਜੋਗਾਨੰਦ ਤੇ ਭੋਗਾਨੰਦ ਬਹੁਵਾਚਕ ਬਣ ਗਏ ਨਾ, ਬਹੁਤੇ ਆਨੰਦ ਨੇ ਇਹ। ਇਸ ਕਰਕੇ ਸਾਨੂੰ ਇੱਕ ਲਾਉਣਾ ਪਿਆ ਬ੍ਰਹਮਾਨੰਦ ਵਾਸਤੇ, ਕਿ ਬ੍ਰਹਮਾਨੰਦ ਹੀ ਵੱਡੀ ਚੀਜ਼ ਹੈ, ਜੋਗਾਨੰਦ ਤੇ ਭੋਗਾਨੰਦ ਵਿੱਚ ਕੁਝ ਨਹੀਂ ਪਿਆ। ਸੋ ਮਹਾਰਾਜ ਫਿਰ ਇੱਕ ਤੁਸੀਂ ਜਿਹੜਾ ਅੱਖਰ ਹੈ ਇਹਦੇ ਅੱਗੇ ਓੰਕਾਰ ਕਿਉਂ ਲਾਤਾ? ਫਿਰ ਉੱਥੇ ਹੀ ਗੱਲ ਮੁੱਕ ਜਾਣੀ ਸੀ। ਇੱਕ ਮਹਾਰਾਜ ਕਹਿੰਦੇ ਕਿਉਂਕਿ ਇੱਕ ਪਰਮੇਸ਼ਰ ਹੈ ਤੇ ਇੱਕ ਹੀ ਮਾਇਆ ਹੈ। ਜੇ ਕੱਲਾ ਏਕਾ ਲਾ ਦੀ ਓੰਕਾਰ ਨਾਲ ਨਾ ਲਿਖਦੇ ਨਾ ਤਾਂ ਲੋਕਾਂ ਦਾ ਧਿਆਨ ਮਾਇਆ ਵਿੱਚ ਵੀ ਜਾ ਸਕਦਾ ਹੈ, ਕਿਉਂਕਿ ਮਾਇਆ ਕੇਵਲ ਇੱਕੋ ਇੱਕ ਹੈ, ਦੂਜੀ ਨਹੀਂ ਨਾ ਹੈ। ਇੱਕ ਪਰਮੇਸ਼ਰ ਹੈ, ਏਕਾ ਮਾਈ ਜੁਗਤ ਵਿਆਈ। ਤੋ ਇਹਦੇ ਨਾਲ ਫਿਰ ਮਹਾਰਾਜ ਓੰਕਾਰ ਨਾਲ ਸੱਤ ਕਿਉਂ ਲਾਇਆ? ਕਿਉਂਕਿ ਮਹਾਰਾਜ ਕਹਿੰਦੇ ਜਿਹੜਾ ਤ੍ਰੇਈ ਕਾਲਾਂ ਬਾਅਦ ਸੱਤ ਹੋਣ ਕਰਕੇ ਅਸੀਂ ਜਿਹੜਾ ਪਰਮਾਤਮਾ ਤਿੰਨਾਂ ਕਾਲਾਂ ਵਿੱਚ ਸੱਤ ਹੋਣ ਕਰਕੇ ਲਾਇਆ ਹੈ ਸੱਤ। ਇਹ ਤਿੰਨ ਅੱਖਰ ਬਾਅਦ ਵਿੱਚ ਪ੍ਰਸਾਦ ਤੋਂ ਬਾਅਦ ਤਾਂ ਵਿਆਖਿਆ ਹੋਈ ਆ ਕਿਉਂਕਿ ਇਹਦੇ ਵਿੱਚ ਇੱਕ ਦੋਸ਼ ਆਉਂਦਾ ਸੀ। ਉਹ ਦੋਸ਼ ਗੁਰੂ ਨਾਨਕ ਦੇਵ ਜੀ ਨੇ ਦੂਰ ਕਰਨਾ ਸੀ। ਅਤੀ ਵਿਆਪਤੀ ਦੋਸ਼ ਨੂੰ ਦੂਰ ਕਰਨ ਵਾਸਤੇ ਪ੍ਰਸਾਦ ਤੋਂ ਬਾਅਦ ਇੱਕ ਓੰਕਾਰ ਸੱਤ ਦੀ ਵਿਆਖਿਆ ਤਾਂ ਹੋਈ ਹੈ। ਇੱਥੋਂ ਤੱਕ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਬਿਲਕੁਲ ਨਿਰੁੱਤਰ ਕਰ ਦਿੱਤਾ। ਸਿੱਧ ਮਹਾਰਾਜ ਦੇ ਚਰਨੀ ਪੈ ਗਏ ਇਹਨੇ ਗੱਲ ਸੁਣ ਕੇ। ਮਹਾਰਾਜ ਹੁਣ ਹੋਰ ਕੋਈ ਲਿਹਾ ਨਹੀਂ। ਛੋਟੇ ਮੋਟੇ ਪ੍ਰਸ਼ਨ ਅੱਗੇ ਜਾ ਕੇ ਭਾਵੇਂ ਕਰ ਦੇਣ, ਇਹ ਜਪ ਕੀ ਹੈ, ਆਦਿ ਸੱਚ ਕਿਉਂ ਲਿਖਿਆ, ਇਹ ਥੋੜਾ ਹੀ ਹੈ ਬਸ, ਇਹ ਜ਼ਿਆਦਾ ਵਿਆਖਿਆ ਨਹੀਂ ਹੈ। ਇਹਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਵੈਸੇ ਨਿਰੁੱਤਰ ਕਰ ਦੇਣਗੇ। ਪਰ ਇਹ ਸਾਰੀ ਜਿੰਨੀ ਵਿਆਖਿਆ ਸੀ ਸਤਿਗੁਰੂ ਮਹਾਰਾਜ ਨੇ ਕਰਕੇ ਸਿੱਧਾਂ ਦੀ ਤਸੱਲੀ ਕਰਾਤੀ। ਸਿੱਧਾਂ ਨੇ ਜਾਣ ਲਿਆ ਵੀ ਇਹ ਕੋਈ ਐਵੇਂ ਨਹੀਂ ਹੈ ਵੀ ਐਵੇਂ ਇੱਕ ਪਿੰਡ ਦੇ ਬੰਦੇ ਨੇ ਉੱਠ ਕੇ ਉੱਥੇ ਮੂਲ ਮੰਤਰ ਲਿਖ ਦਿੱਤਾ। ਇਹ ਤਾਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸਾਨੂੰ ਅਜੇ ਤੱਕ ਕੋਈ ਹਰਾ ਹੀ ਨਹੀਂ ਸਕਿਆ। ਜੇ ਹਰਾਇਆ ਸਿੱਧਾਂ ਨੂੰ ਤਾਂ ਕੇਵਲ ਗੁਰੂ ਨਾਨਕ ਦੇਵ ਜੀ ਨੇ ਹਰਾਇਆ। ਚਰਨੀ ਪਾ ਲਿਆ ਇੱਕ ਵਾਰ ਮਹਾਰਾਜ ਨੇ, ਸਿੱਧੇ ਕਰ ਦਿੱਤੇ ਪੱਧਰੇ, ਸਿੱਧੇ ਰਾਹ ਦੇ ਉੱਤੇ ਲਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਸੇ ਕਰਕੇ ਇਸ਼ਨਾਨ ਕਰਕੇ ਆਖਿਆ ਕਰੋ ਰੋਜ਼ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਉਹ ਨਾਮ ਲਿਆ ਕਰੋ, ਸਾਰੇ ਸਤਿਗੁਰੂ ਦੇ ਨਾਮ ਲੈਣੇ, ਇਹਦਾ ਬੜਾ ਫਲ ਹੈ। ਕਈ ਚੀਜ਼ਾਂ ਸਾਨੂੰ ਸਾਰੀ ਜ਼ਿੰਦਗੀ ਲੰਘ ਗਈ, ਹੁਣ ਜਾ ਕੇ ਪਤਾ ਲੱਗਦੀਆਂ ਪਈ ਇਹ ਜਿਹੜੇ ਗੁਰੂ ਦਾ ਨਾਮ ਲੈਣ ਦਾ ਬਹੁਤ ਵੱਡਾ ਫਲ ਹੈ। ਆਹ ਚੀਜ਼ ਤਾਂ ਮੈਨੂੰ ਥੋੜੇ ਦਿਨ ਪਹਿਲਾਂ ਹੀ ਪਤਾ ਲੱਗੀ ਕਿਸੇ ਮਹਾਤਮਾ ਤੋਂ। ਕਹਿੰਦੇ ਇਹ ਕਹਿੰਦੇ ਹੁੰਦੇ, ਮੈਂ ਜੀ ਸਵੇਰੇ ਇੱਕ ਵਾਰ 10 ਗੁਰਾਂ ਨਾਮ ਲੈ, ਕਹਿੰਦੇ ਮੈਂ ਇੱਕ ਮਾਲਾ ਕਰਦਾ ਸਾਰਿਆਂ ਸਤਿਗੁਰਾਂ ਦੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ।
कहते इन्ना लाभ मिलता इस चीज़ का, तू करके देखी। मैं कहा मैं तो हुण करूँगा ही करूँगा, पर मैं नाल सारी संगत नूं भी कराऊँगा। भी तुहानूं की फर्क पैंदा जे तुरे तुरे जांदे धन गुरु नानक देव जी कह लोगे तो फर्क पैंदा। अगे 10वें पातशाह तक, अगे गुरु ग्रंथ साहिब, धन गुरु ग्रंथ साहिब महाराज, धन धन गुरु गोबिंद सिंह साहिब जी महाराज, धन धन माता साहिब कौर जी, ये नहीं भुलना कदे मैं ना तुसीं जिन्हां ने अमृत छक लिया। धन धन माता साहिब कौर जी हमेशा याद रखना है। इन्हां बचनां दे ताईं सतगुरु महाराज ने बख्शिशां कीतियां ने। आओ उस ब्रह्म का लखण जी का गुरु नानक देव ने इन्ना वड्डा लखण कीता, ਉਹਦਾ नाम जपिया आपां नूं किन्ना भारी महात्म मिलेगा। महाराज सच्चे पातशाह कहने मन तन प्रभ आराध्य मिल साध समागै। साध संगत विच मिल के मनो तनो हो के आखो सारे वाहे गुरु वाहे गुरु। वाहे गुरु वाहे गुरु। आपां श्रवण कीते ने अर्थ गुरप्रसाद तक। ये इन्ने क अर्थ बड़े सौखे ही आपां नूं समझ आए ने, बस इन्ने की ज़्यादा लोड़ हुंदी है। बाकी कई अर्थ जिहड़े हुंदे ने विद्वानां लई हुंदे ने, इस करके उन्हां दी इन्नी संगत विच जरूरत नहीं हुंदी। बस इन्ना आपां नूं जरूर पता लग गया कि एक ओंकार दा भाव की है, गुरप्रसाद तक क्यों उचारिया, इन्हां दी की लोड़ पई है। ये सारियां चीज़ां दा ज्ञान होया। जिन्ने उन्होंने प्रश्न किए ने उन्हां दे जवाब अच्छे तसल्ली बख्श महाराज ने बख्शे ने। हुण उन्हां दा एक दो प्रश्न होर ने। कहंदे ने भी महाराज ये जिहड़ा स्वरूप लक्षण हुंदे ने, दो प्रकार के लक्षण हुंदे ने। एक तटस्थी लक्षण हुंदे ने। बस हुण सानूं इन्हां दा ज्ञान चाहिदा। स्वरूप लक्षण वो हुंदे ने जिहड़े वाहिगुरू दे स्वरूप विच सदा ही कायम रहिंदे ने। जिवें सत चेतन आनंद, ये सदा ही कायम रहिंदे ने उहदे स्वरूप विच। जिवें पहलां भी आपां विचारिया सी कि एक, फिर सत जिहड़ा है अकाल मूरत ते अजूनी सैभंग, ये लक्षण ਉਹਦੇ ਵਿੱਚ सदा ही ਰਹਿੰਦੇ ਨੇ। ਇਹਨਾਂ ਨੂੰ ਸਰੂਪ ਲੱਖਣ ਕਹਿੰਦੇ ਨੇ। ਇਹ ਹਮੇਸ਼ਾ ਹਨ। ਕਈ ਲੱਛਣ ਫਿਰ ਮੌਕੇ ਦੇ ਉੱਤੇ ਆ ਕੇ ਬਣ ਜਾਂਦੇ ਨੇ, ਮਿਟ ਜਾਂਦੇ ਨੇ। ਸਰੂਪ ਲੱਛਣ ਸਦਾ ਵਾਹਿਗੁਰੂ ਵਿੱਚ ਰਹਿੰਦੇ ਨੇ। ਤਟਸਥੀ ਲੱਖਣ ਜਿਹੜੇ ਨੇ ਉਹਨਾਂ ਬਾਰੇ ਪ੍ਰਮਾਣ ਲੈ ਲੈਂਦੇ ਆਪਾਂ। कोई बंदा किसी के घर जाना सी, किसी महल्ले दे विच, महल्ले दे बाहर दी सड़क ते खड़ के किसी आउंदे बंदे नूं, दुकानदार नूं पुछदा भई गुरमुख सिंह दा घर किहड़ा? वो कहण लग्या वो सामने जिहड़ा पीले रंग दा कली कीती हुई आ वो घर उन्हां दा। वो बंदा अगे गया, वो गली जदों मुड़िया उत्थे सारे घरां नूं पीला रंग होया वा। ये चक्कर च पै गया बेचारा। फिर मुड़ के आया, कहना वो तो सारे ही उत्थे अही जी गली की हरेक दे घर नूं। हुण वो दुकानदार बाहर निकल के खड़ा होकर कहना जी ओ जिस घर के उत्ते कां बैठा ना वो घर है। वो बंदा तुरया गया, कां उड़ गया, पर कां ये जना गया भी ये घर गुरमुख सिंह दा। इहनूं तटस्थी लक्षण कहंदे, जिहड़े मौके ते प्रगट होकर मौके ते छुप जाते हैं। इसे प्रकार वाहिगुरू विच कई लक्षण पहलां तां पक्के ही ने। सत चेतन आनंद अस्त भांति प्रिया, ये लक्षण ने जिहड़े आपां देख लए ने। एक सत अजूनी सैभंग अकाल मूरत। पर एक लक्षण वो ने जिहड़े मौके ते हुंदे ने, फिर नाल नाल ही समाप्त हो जाते हैं। जिवें ओंकार सृष्टि नूं रचण वेले ही सिर्फ ये अखर वरतिया गया। करता पुरख, ये सिर्फ सृष्टि नूं जदों रचदा उदों ही करता कहने आ उहनूं।
ਪੁਰਖ ਪੂਰਨ ਉਦੋਂ ਹੀ ਕਹਿੰਦੇ ਆ। ਹੁਣ ਉਹਨੂੰ ਨਿਰਭਉ ਕਹਿੰਦੇ ਆ, ਨਿਰਵੈਰ ਕਹਿੰਦੇ ਆ। ਜਦ ਇੱਥੇ ਹੈ ਹੀ ਨਹੀਂ ਸੀ ਕੁਛ ਨਿਰਭਉ ਨਿਰਵੈਰ ਅੱਖਰ, ਉਦੋਂ ਕਿੱਥੇ ਵਰਤਣਾ ਜੇ ਉਹ ਇਕੱਲਾ ਹੀ ਆਪ ਹੋ। ਇਸ ਕਰਕੇ ਉਹਨੂੰ ਕਹਿੰਦੇ ਨੇ ਉਤਪਤੀ ਕਰਨੀ, ਜੀਵਾਂ ਨੂੰ ਪੈਦਾ ਕਰਨਾ, ਪਾਲਣਾ ਕਰਨੀ, ਫਿਰ ਇਹਨਾਂ ਦੀ ਸਮਾਪਤੀ ਕਰਨੀ। ਉਤਪਤੀ, ਲੈਤਾ, ਪਾਲਣਾ, ਇਹ ਤਿੰਨ ਲੱਛਣ ਵਾਹਿਗੁਰੂ ਦੇ ਤਟਸਥੀ ਲੱਛਣ ਨੇ। ਜਾਂ ਜਿਹੜੇ ਸੁਣੇ ਨੇ ਆਪਾਂ ਨੇ ਓਂਕਾਰ, ਕਰਤਾ ਪੁਰਖ, ਇਹ ਉਹਦੇ ਤਟਸਥੀ ਲੱਛਣ ਨੇ। ਜਾਂ ਜਿਹੜਾ ਆਉਂਦਾ ਵਿੱਚ ਨਾਮ, ਸੱਤ ਦੇ ਨਾਲ ਨਾਮ ਆਉਂਦਾ, ਓਂਕਾਰ, ਨਾਮ, ਕਰਤਾ ਪੁਰਖ, ਇਹ ਉਹਦੇ ਤਟਸਥੀ ਲੱਛਣ ਨੇ ਜਿਹੜੇ ਉਹਦੇ 'ਚ ਸਦਾ ਨਹੀਂ ਰਹਿੰਦੇ। ਇਹ ਸਿਰਫ ਉਦੋਂ ਤੱਕ ਨੇ ਜਦ ਸ੍ਰਿਸ਼ਟੀ ਰਚਦਾ, ਜਦ ਸ੍ਰਿਸ਼ਟੀ ਦੀ ਸਮਾਪਤੀ ਹੋ ਗਈ, ਮਹਾਂਪਰਲੋਂ ਆਈ, ਬ੍ਰਹਿਮੰਡ ਇੱਕ ਦੂਜੇ ਦੇ ਵਿੱਚ ਵਿਆਪਕ ਫੋਲਡ, ਜਿਵੇਂ ਛਤਰੀ ਇਕੱਠੀ ਹੋ ਜਾਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਜਿਵੇਂ ਇਕੱਠੀਆਂ ਹੋ ਜਾਂਦੀਆਂ ਨੇ ਇੱਕ ਦੂਜੇ ਦੇ ਵਿੱਚ। ਇਸੇ ਪ੍ਰਕਾਰ ਜਦੋਂ ਫਿਰ ਸ੍ਰਿਸ਼ਟੀ ਦਾ ਖਾਤਮਾ ਹੁੰਦਾ ਬਹੁਤ ਛੇਤੀ ਹੈ, ਇੱਕਦਮ ਸਾਰਾ ਇਹ ਜਿਹੜਾ ਹੈ ਪਾਣੀ ਇੱਕਦਮ ਧਰਤੀ ਨੂੰ ਖਾ ਜਾਂਦਾ, ਭਾਵ ਆਪਣੇ ਵਿੱਚ ਲੀਨ ਕਰ ਲੈਂਦਾ। ਪਾਣੀ ਨੂੰ ਅਗਨੀ ਖਾ ਜਾਂਦੀ ਛੇਤੀ, ਅਗਨੀ ਇੱਕਦਮ ਸਮਾਪਤ ਕਰਦੀ ਇਹਨੂੰ। ਸੋ ਅਗਨੀ ਨੂੰ ਹਵਾ ਖਾ ਜਾਂਦੀ, ਹਵਾ ਨੂੰ ਆਕਾਸ਼ ਖਾ ਜਾਂਦਾ, ਆਕਾਸ਼ ਪੰਜ ਤੱਤ। ਜਿੰਨੇ ਚਿਰ 'ਚ ਮੈਂ ਬੋਲਿਆ ਇਹ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਗਿਆ। ਇਹ ਤਾਂ ਸਕਿੰਟਾਂ ਤੋਂ ਵੀ ਥੋੜੇ ਟਾਈਮ ਵਿੱਚ, ਇੱਕ ਛਿਨ ਵਿੱਚ ਹੀ ਇੰਨੀ ਕਿਰਿਆ ਹੋ ਕੇ ਬ੍ਰਹਿਮੰਡਾਂ ਦੀ ਸਮਾਪਤੀ ਹੋ ਜਾਂਦੀ ਝਟਪਟ ਹੀ। ਜਿੰਨਾ ਮਰਜ਼ੀ ਕੁਛ ਹੋਵੇ ਸਭ ਸਮਾਪਤ ਹੋ ਜਾਂਦਾ। ਜਦੋਂ ਇਹ ਚੀਜ਼ਾਂ ਆਪਸ ਵਿੱਚ ਇੱਕ ਦੂਜੇ 'ਚ ਲੀਨ ਹੁੰਦੀਆਂ ਤੁਰੀਆਂ ਜਾਂਦੀਆਂ ਨੇ, ਪੰਜ ਤੱਤ ਫਿਰ ਸੂਖਮ ਤੱਤਾਂ 'ਚ ਲੀਨ ਹੁੰਦੇ, ਪੰਜਾਂ 'ਚ ਪਿੱਛੇ ਨੂੰ ਮੁੜਨੀ ਸ਼ੁਰੂ ਹੋ ਜਾਂਦੀ ਸਾਰੀ ਫਿਲਮ। ਫਿਰ ਜਾ ਕੇ ਇਹ ਤਿੰਨ ਗੁਣਾਂ 'ਚ, ਤਿੰਨ ਗੁਣ ਮਾਇਆ ਵਿੱਚ, ਮਾਇਆ ਜਾ ਕੇ ਪਰਮੇਸ਼ਰ ਵਿੱਚ ਕਿੰਨੀ ਕੁ ਹੈ, ਜਿੰਨਾ ਇੱਕ ਤਿਲ ਹੁੰਦਾ ਆਪਣੇ ਸਰੀਰ ਦੇ ਉੱਤੇ, ਇੱਕ ਤਿਲ ਜਿੰਨੀ ਮਾਇਆ ਹੈ ਪਰਮੇਸ਼ਰ ਦੇ ਵਿੱਚ। ਇਹ ਸਰੂਪ ਤੇ ਤਟਸਥੀ ਲੱਛਣ ਜਿਹੜੇ ਨੇ ਪਰਮੇਸ਼ਰ 'ਚ, ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੇ ਕਿਹਾ ਸੀ ਕਿ ਤੁਹਾਡੇ ਮੂਲ ਮੰਤਰ ਵਿੱਚ ਸਰੂਪ ਤੇ ਤਟਸਥੀ ਲੱਛਣ ਹੈ। ਕਿਉਂਕਿ ਜਿਹੜੇ ਪ੍ਰਸ਼ਨ ਕਰਤਾ ਹੁੰਦੇ ਨੇ ਉਹ ਬਹੁਤੇ ਹੁੰਦੇ ਨੇ, ਦੱਸਣ ਵਾਲਾ ਇੱਕ ਹੁੰਦਾ। ਪ੍ਰਸ਼ਨ ਕਰਨ ਨੂੰ ਕੀ ਜਦੋਂ ਮਰਜ਼ੀ ਕਰੀ ਜਾਓ। ਹੁਣ ਮਹਾਰਾਜ ਜੀ ਨੂੰ ਸਾਰੇ ਪ੍ਰਸ਼ਨ ਕਰਕੇ ਨਿਰੁੱਤਰ ਹੋ ਗਏ। ਸੋ ਉਸ ਵਕਤ ਕਹਿਣ ਲੱਗੇ ਜਪ। ਇਹ ਜਪ ਕਿਉਂ ਲਿਖਿਆ? ਕਹਿੰਦੇ ਜੋ ਜਪਣੇ ਯੋਗ ਹੈ। ਸਾਡਾ ਹੁਕਮ ਵੀ ਹੈ ਕਿ ਜਪੋ ਭਾਈ। ਬਾਣੀ ਦਾ ਨਾਮ ਵੀ ਜਪਜੀ ਸਾਹਿਬ ਹੈ। ਇਸ ਪ੍ਰਕਾਰ ਦੇ ਨਾਲ ਜਪ ਜਿਹੜਾ ਕਰਨਾ ਹੈ, ਜਪ ਤਿੰਨ ਪ੍ਰਕਾਰ ਦਾ ਹੈ। ਸੋ ਇਹ ਜਿਹੜਾ ਜਪ ਕਰਨਾ ਹੈ, ਵਾਚਕ ਹੁੰਦਾ, ਮੂੰਹ ਨਾਲ ਬੋਲ ਕੇ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜਾ ਫਿਰ ਮਾਨਸ ਆਉਂਦਾ ਹੈ, ਮਾਨਸ ਜਾਪ ਹੁੰਦਾ ਮਨ ਦੇ ਨਾਲ, ਦੂਜੇ ਨੂੰ ਪਤਾ ਲੱਗਣਾ ਵੀ ਕੀ ਬੋਲਦਾ, ਅੰਦਰ ਅੰਦਰ ਵਾਹਿਗੁਰੂ ਵਾਹਿਗੁਰੂ ਕਰਦਾ। ਸੋ ਇਸੇ ਪ੍ਰਕਾਰ ਇੱਕ ਜਾਪ ਹੁੰਦਾ ਉੱਚੀ ਬੋਲ ਕੇ ਕਰਨਾ, ਪਹਿਲਾਂ ਵਾਹਿਗੁਰੂ ਦੂਜੇ ਨੂੰ ਵੀ ਸੁਣਦਾ ਹੈ। ਇੱਕ ਮੂੰਹ ਵਿੱਚ ਕਰਨਾ, ਵਾਚਕ ਉਪਾਸ ਹੁੰਦਾ ਮੂੰਹ ਵਿੱਚ ਕਰਨਾ, ਤੇ ਮਾਨਸ ਮਨ ਵਿੱਚ ਕਰਨਾ। ਇਹ ਤਿੰਨ ਪ੍ਰਕਾਰ ਦਾ ਜਾਪ ਹੈ। ਪਹਿਲਾਂ ਗੁਰਸਿੱਖ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਦਾ। ਵੈਸੇ ਇਹ ਤਰੀਕਾ ਵੀ ਵਧੀਆ ਹੈ। ਜਿਹੜੇ ਤਕੜੇ ਅਭਿਆਸੀ ਨੇ, ਜਾਂ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ, ਉਹ ਸਵੇਰੇ 1 ਵਜੇ ਸ਼ੁਰੂ ਕਰ ਲੈਂਦੇ ਜਪਜੀ ਸਾਹਿਬ ਦੇ ਪਾਠ। ਪਹਿਲਾ ਪਾਠ ਉਹ ਬੋਲ ਕੇ 1 ਘੰਟੇ 'ਚ ਕਰਦੇ ਸੀ। ਹੌਲੀ ਹੌਲੀ ਬੋਲੀ ਜਾਣਾ ਉਹਨਾਂ ਨੇ। ਹੁਣ 1 ਘੰਟੇ 'ਚ ਕਿੰਨੇ ਆਨੰਦ ਨਾਲ ਹੁੰਦਾ ਜਪਜੀ ਸਾਹਿਬ ਦਾ ਪਾਠ। ਫਿਰ ਉਹਨਾਂ ਨੇ ਅੱਧੇ ਘੰਟੇ ਵਿੱਚ ਦੂਜਾ ਪਾਠ ਕਰਨਾ, ਫਿਰ ਤੀਜਾ 15 ਮਿੰਟ 'ਚ ਕਰਨਾ,
चौथा 10 मिनट च करना, फिर 5 मिनट च करना है। क्यों पहला नींह पत्थर अच्छा रख लिया जाता ताकि टिकाऊ बन जे मन का। इस प्रकार सिमरन करने वाले भी पहला 1 घंटा उच्ची उच्ची करते हैं, ਜਾਂ ਅੱਧਾ घंटा वाहेगुरु वाहेगुरु वाहेगुरु, फिर हौली हौली हो जाते वाहेगुरु 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 करके फिर चुप हो जाते हैं। वो जी पहली धुनी उन्होंने उच्ची उच्ची बोली, उस धुनी का ही ध्यान रखते हैं, बस वो अंदर अंदर वाहिगुरु का सिमरन करते हैं। 3 हिस्सों में अद्धा अद्धा घंटा, 1.5 घंटा ਜਾਂ घंटा घंटा 3 हिस्सों च ही लग जाता। जिन्ना अभ्यास आप करना, जेडे छोटे अभ्यासी ने पहली क्लास वाले 5-5 मिनट ला लो, 5 मिनट उच्ची उच्ची बोल के वाहिगुरु करो, 5 मिनट मूँह विच करो, 5 मिनट मन विच करो, 15 मिनट तो लाओगे तुसीं। इस प्रकार 3 प्रकार का जिहड़ा जाप है, महाराज कहने भाई जप, असी कहा जपो, जपजी साहब का नाम है, जपने जोग बाणी है। हुण उन्होंने भी समझाउणा ना, इस करके थोड़ा जिहा महाराज उधर पासे भी लै जांदे गल, दूजे दे धर्म मुताबक समझाउणा। महाराज कहने जप नाम किहदा, सिद्ध चुप हो गए ना। जप जप जपने जोग है। त्रिलोक का ज्ञान रखने वाले गुरु नानक देव जी कहने तुसी जप का अर्थ नहीं जानते की है। कहने महाराज कहने जप का अर्थ है वेद, वेद का अर्थ है ज्ञान। जिन्होंने कदे सुने नहीं होंगे यह जे भाव, उन्होंने आपे हैरानी होंदी है। ज्ञान है वेद का भाव। इस करके जिवें वेद ज्ञान दिंदे ने ना, ये गुरबाणी जीव नूं ब्रह्म ज्ञान दिंदी है। वेद तां दिंदे ने कल्ला ही ज्ञान, कर्म कांड, ते गुरबाणी दिंदी ब्रह्म ज्ञान जो जपने योग है। महाराज कहने जेड़ा जपदा उहदे सारे पाप जप्त हो जाते हैं। इस करके असीं गुरसिखां नूं कहा जपो, जपने योग नूं जपो। जो जपने योग अकाल पुरख वाहिगुरु है। महाराज कहने भाई ये जप अखर है, जप बेखरी बाणी नाल मूँह नाल कह वाहिगुरु वाहिगुरु, फिर मध्यमा बाणी द्वारा। तीजे पातशाह दे साहिबजादे बाबा मोहन जी मध्यमा च जाप करया करदे सी, ज्यादा कंठ विच। सो इस प्रकार फिर पसंती बाणी हिरदे विच, फिर परा बाणी नाभी दे विच जप। ये जप दे इको ही भाव नहीं है, इत्थे जप दा जग्यासुआं लई वक्खो वक्खरा भाव है, वक्खो वक्खरा भाव बन जाता है। नवें जग्यासू लई तां आपां कहने जप बई मूँह नाल वाहिगुरु वाहिगुरु कह, ते जिहड़ा पुराना जग्यासू उहनूं कहण हिरदे च जप, कंठ विच जप, नाभी विच जप, रोमां रोमां दे विच जप। ये एक भाव नहीं है जप दा। जिन्ना जग्यासू की अवस्था उपर उठती जाती है उन्ना जपदा जाता। सो इस करके सतगुरु महाराज कहते हैं जप, जिहड़ा जप मूँह विच है इहदे विच तां आपां नूं मूँह भी हिलाउणा पैंदा है, ध्यान भी रखना पैंदा है, कई कुछ करना पैंदा। जिहड़ा फेर आके कंठ विच जप है इहदे च ध्यान रखना पैंदा, बस होर कुछ नहीं करना, खाली ध्यान रखना, बैठे रहना, कंठ विच ध्यान रखना, वाहिगुरु वाहिगुरु आपे हो जाता। फिर जो हिरदे विच वाहिगुरु मंत्र इह भी ध्यान तो रखना ही पैंदा। ध्यान रखी बैठो, तो जब तक ध्यान थोड़ा पूरा 100% जुड़िया, जे किसी ने माड़ा जा आके कहता ना आ चाह तैयार सी, बस गया काम, जदों ही टुट जाता सब कुछ। क्योंकि सुरती माड़ी जी हिल गई ना जे अपनी, जे माड़ा जा ख्याल आ गया भी उत्थे काम जाना सी, बस उस टाइम ही काम बंद हो जाता। इन्ना सूक्ष्म ध्यान रखना पैंदा भी कोई बुलावे ना। ताइयों तो महाराज कहने जप करन वास्ते एकांतवास की लोड़ है, तो एकांतवास सिर्फ अमृत वेला ही है, होर कोई टाइम नहीं है। रात भर एकांतवास अपने पास। सो महाराज कहने फिर इस तो बाद जी परा बाणी है नाभी दे विच, हाँ उत्थे लोड़ नहीं है, ना ध्यान रखण की लोड़ है, ना कुछ करन की लोड़ है। फिर तो अपने आप ही चली जाता, अपने आप ही जाप हो जाता, उसके अंदर फिर रोमा रोमा भी अपने आप हुंदा है।
महाराज कहने जप परा बाणी द्वारा, जप रोमां राही, फिर जप जिहड़ा है ये अगे वध जांदा, रोमां तो बाहर निकल जांदा, फिर साइडां दे उत्ते भी सुणन लग जांदा, फिर कंधां विच, दरख्तां विच, पंछियां विच, पशुआं विच, बंदियां विच, हौली हौली वाधा वाधा धरत पाताल आकाश है मेरी जिंदड़ीए, सब हर हर नाम ध्याव है राम। देखो कित्थों शुरू हुंदा, मूँह तो जाप शुरू हुंदा है, शरीर दीयां सारियां हालतां विचों लंघ के फिर आपां नूं दरख्तां विचों ब्रह्मंडां विचों सुणदा, फिर पूरे ब्रह्मंड विचों वाहिगुरू वाहिगुरू दी आवाज़ आउंदी उस जीव दे ताईं। जदों संपूर्ण हो जाता तो उन्होंने कहते ब्रह्म ज्ञानी बन गया है। इत्थों चलिया जप आद सच, वो अकाल पुरख वाहिगुरू आद तो आद काल जिहड़ा है वह आपां नूं पता नहीं, किसी नूं आद तो लैके जुगाद दा तां आपां नूं थोड़ा जिहा पता भी जुगां दे आद मुੱਢ तो लैके शुरू तो जो जुग जुग की मर्यादा बन्नी सतयुग है उदों का तो बंदे नूं थोड़ा बहुत पता है कि सतयुग कदों शुरू होया, पर आद का नहीं पता कि तेरा कोई अंत नहीं, आद तो लैके तू सच रूप है। जुगाद सच, जुगां दे जुग आद, जुगां दे आद विच, जुगां दे मुੱਢ विच भी वाहिगुरू सच रूप सी। इसे तरह ही सी उदों भी है भी सच, वाहिगुरू हुण भी उस तरह ही सच है। जिवें नदी का प्रवाह चलदा, नदी का प्रवाह उपर उपर चली जाता, जिहड़ा पानी पिछों आया वो उत्थों लंघ गया, वो धरती तो नहीं उत्थों तुरी, धरती तो वह उत्थे ही रहिंदी है, पर नदी चलती रहिंदी है। एक नदी का प्रवाह वो है जिहड़ा आपां देखदे देखदे ओ तक चलिया गया पानी, फिर कल तक वो पता नहीं कित्थे चलिया गया, पर अज उत्थे होर पानी है। एक वो पानी है जिहड़ा हले 100 किलोमीटर पिछे है, एक वो पानी है जिहड़ा साडे सामने चल रहा है, एक वो पानी है जिहड़ा 100 किलोमीटर अगे जा चुकिया है। ये हैगा आद सच, जुगाद सच, है भी सच, नानक होसी भी सच। हले जिहड़ा पानी डैम दे विच खड़ा वो चौथे काल विच चलिया गया, उत्थे वाला पानी, पिछला पानी, सामने का पानी ते अगे निकल चुकिया पानी, ये 4 अवस्था हो गई। पर धरती जिहड़ी है, जिस धरती तो नदी लंघदी है वो तो उत्थे ही रहिंदी है ना, धरती तो नहीं नाल चलदी पानी दे। इसे तरह ही जिहड़ा ब्रह्म है, परमेश्वर है, परमेश्वर तो उस तरह ही रहिंदे ने, पर जिहड़ा जीव है ये आउंदा जांदा रहिंदा, धरतियां बनदियां रहिंदियां, नाश हुंदियां रहिंदियां ने वाहिगुरू दे सामने। किन्ना क समां, जिन्ना क समां दे विच बच्चे घर दे विच खेडदे ने, खिडौणे लै के कदे छोटा जिहा घर बनाउंदे ने, फिर ढा लैंदे ने, फिर बना लैंदे ने। वो बच्चा कुछ समय विच घंटा जे खेडदा है, एक घंटे विच कुछ नहीं होया, वो तो उहो जिहा ही है, पर उन्हें मकान जिहा वो किन्नी बार बनाया, किन्नी बार ढाया। वाहिगुरू नूं तां कोई फर्क नहीं पैंदा, वाहिगुरू ने कई बारी सृष्टि बनाई है, कई बार ढाई है, वो आप उहो जिहा ही है। आपां बुढ़े हो जाते हैं, जवान हो जाते हैं, फिर जम पैंदे हैं, फिर जूना च आ जाते हैं, आप उहे जी बैठे ने, उहे जी रहने ने, हमेशा ही उन्हां दा दाड़ा काले रंग दा ही रहना। वाहिगुरू दा दाड़ा चिट्टा नहीं हुंदा कदे। वाहिगुरू दे सीस ते जिहड़े केशव परमेश्वर ने, जिन्हां दे सीस ते केस ने, वो सदा ही उस तरह ही रहिंदे ने। दस्तारा उन्हां दा नीले रंग दा गोल इस तरह ही रहना, सिर दा मुकुट उन्हां दा बहुत ज्यादा वड्डा, उन्हें उवें ही रहना। उन्हां ने निशानियां वखरियां ने, बस इन्नी बहुत है, इन्ना ही दसना बहुत वड्डी गल है। ये तुसीं इउं हैरान होना भी वाहिगुरू भी दस्तार बन्नदे आ। आ जिहड़ा आपां नूं रूप दिता ना परमात्मा ने, उन्हां दा अपना रूप है, खालसा मेरो रूप है खास, खालसे में हों करो निवास। आ जिहड़ा रूप दिता अकाल पुरख ने, वो आप ही नेगे। ताइयों तो जदों बाबा फतेह सिंह जी एक बार नीला बाणा सजा के 10वें पातशाह कोल आके मत्था टेकिया, फतेह बुलाई सी,
ਬਾਬਾ ਜੀ ਨੇ ਉਹ ਦਸਤਾਰਾ ਆਪ ਸਜਾਇਆ ਸੀ। ਹੁਣ ਬੱਚਾ ਦਸਤਾਰ ਤਾਂ ਸਜਾਉਂਦਾ, ਉਹ ਉੱਤੇ ਲਾੜੇ ਕੈਂ ਸਿੱਧਾ ਹੀ ਖੜਾ ਰਹਿ ਗਿਆ ਤਾਹਾਂ ਨੂੰ। ਐ ਮਹਾਰਾਜ 10ਵੇਂ ਪਾਤਸ਼ਾਹ ਨੇ ਭਰੀ ਸੰਗਤ ਵਿੱਚ ਕਿਹਾ ਸੀ, ਖਾਲਸਾ ਜੀ ਜੇ ਕਿਸੇ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਸਾਖਿਆਤ ਤਾਂ ਕਰ ਲਓ। ਬਾਬਾ ਫਤਿਹ ਸਿੰਘ ਨੂੰ ਇੰਨਾ ਵੱਡਾ ਦਰਜਾ ਦੇ ਦਿੱਤਾ। ਉਹ ਜਿਹੜਾ ਫਰਲਾ ਨਿੰਗਾ ਸਿੰਘਾਂ ਵਿੱਚ ਚੱਲਿਆ ਹੈ, ਉਹ ਬਾਬਾ ਫਤਿਹ ਸਿੰਘ ਜੀ ਤੋਂ ਹੀ ਚੱਲਿਆ ਹੋਇਆ। ਜਿਹੜਾ ਉਹ ਫਰਲਾ ਤਾਹਾਂ ਨੂੰ ਰਹਿ ਗਿਆ ਸੁਭਾਵਕ, ਉਹ ਫਰਲੇ ਦੀ ਬੜੀ ਵੱਡੀ ਮਾਨਤਾ ਹੈ। ਫਰਲੇ ਵਾਲਾ ਸਿੰਘ ਬੈਠਾ ਹੋਊਗਾ ਸੰਗਤ ਵਿੱਚ, ਉਹਨੂੰ 2 ਛਾਂਦੇ ਦੇਣੇ ਪੈਂਦੇ ਦੇਖਦੇ, ਇੱਕ ਫਰਲੇ ਦਾ ਇੱਕ ਉਹਦਾ। ਫਰਲੇ ਵਾਲਾ ਸਿੰਘ ਲੰਮਾ ਨਹੀਂ ਪੈ ਸਕਦਾ, ਤਾਂ ਉਹਨੂੰ ਸਿਰ ਰੱਖਣਾ ਪੈਂਦਾ ਉਹਨੂੰ, ਕਿਉਂਕਿ ਫਰਲੇ ਦਾ ਬਹੁਤ ਵੱਡਾ ਸਤਿਕਾਰ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਜਿਹੜਾ ਹੈ ਨਾ, ਹੁਣ ਵੀ ਸੱਚ ਰੂਪ ਹੈ, ਹੁਣ ਵੀ ਉਵੇਂ ਹੀ ਹੈ। ਇਹ ਵੱਖਰੀ ਗੱਲ ਹੈ ਕਿ ਸਤਜੁਗ ਤ੍ਰੇਤਾ ਦੁਆਪਰ ਲੰਘ ਚੁੱਕੇ ਨੇ, ਕਲਯੁਗ ਆ ਗਿਆ ਨਦੀ ਦੇ ਪ੍ਰਵਾਹ ਦੀ ਤਰ੍ਹਾਂ, ਪਰ ਧਰਤੀ ਤਾਂ ਉਵੇਂ ਹੀ ਪਈ ਰਹਿੰਦੀ ਹੈ। ਬ੍ਰਹਮ ਤਾਂ ਉਸੇ ਪ੍ਰਕਾਰ ਹੁਣ ਵੀ ਹੈ। ਨਾਨਕ ਹੋਸੀ ਪੀ ਸੱਚ, ਜਦੋਂ ਬਿਲਕੁਲ ਮਲੀਆ ਮੇਟ ਹੋ ਕੇ ਸਾਰੇ ਤੱਤ ਇੱਕ ਦੂਜੇ 'ਚ ਰਲ ਕੇ ਇਸ ਦੁਨੀਆ 'ਚ ਕੁਛ ਨਾ ਰਿਹਾ, ਇੱਥੇ ਰਿਹਾ ਹੀ ਕੱਖ ਨਾ, ਧਰਤੀ ਨਾ ਰਹੀ, ਤਾਰੇ ਨਾ ਰਹੇ, ਚੰਦਰਮਾ ਸੂਰਜ ਮੁੱਕ ਜਾਣਗੇ, ਪੰਜੇ ਤੱਤ ਮੁੱਕ ਜਾਣਗੇ, ਸਭ ਕੁਝ ਜਦੋਂ ਮੁੱਕ ਜਾਏਗਾ ਤਾਂ ਵੀ ਉਹ ਨਾਨਕ ਹੋਸੀ ਭੀ ਸੱਚ, ਤਾਂ ਵੀ ਉਹਨੇ ਸੱਚ ਹੀ ਰਹਿਣਾ ਹੈ। ਕਾਲ ਵੈਸੇ 3 ਹੁੰਦੇ ਨੇ, ਬਣਾਏ ਮਹਾਰਾਜ ਨੇ 4 ਨੇ, ਕਿਉਂਕਿ ਇੱਕ ਤਾਂ ਆਦ ਕਾਲ ਬਣਾ ਦਿੱਤਾ ਜਿਹਦਾ ਆਪਾਂ ਨੂੰ ਗਿਆਨ ਨਹੀਂ। ਇੱਕ ਉਹ ਕਾਲ ਹੈ ਜਿਹੜਾ ਯੁੱਗਾਂ ਦੇ ਸ਼ੁਰੂ ਤੋਂ ਲੈ ਕੇ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਿੱਧ ਕਹਿਣ ਲੱਗੇ ਕਾਲ ਤਾਂ 3 ਹੁੰਦੇ, ਤੁਸੀਂ 4 ਬਣਾਤੇ। ਉਹਨਾਂ ਨੇ ਇਸ ਢੰਗ ਨਾਲ ਪ੍ਰਸ਼ਨ ਕੀਤਾ ਵੀ ਜੇ ਮਹਾਰਾਜ 3 ਕਾਲ ਕਹਿਣਗੇ ਤਾਂ ਅਸੀਂ ਕਹਾਂਗੇ ਕਾਲ ਤਾਂ 4 ਹੁੰਦੇ ਨੇ, ਤੁਸੀਂ 3 ਕਹੇ ਨੇ। ਜੇ ਮਹਾਰਾਜ 3 ਕਾਲ ਕਹਿਣਗੇ ਫਿਰ ਅਸੀਂ ਕਹਾਂਗੇ ਕਾਲ ਤਾਂ 4 ਹੁੰਦੇ, ਤੁਸੀਂ 3 ਕਹੇ ਨੇ। ਉਲਝਾਉਣ ਦਾ ਯਤਨ ਕਰਦੇ ਨੇ ਮਹਾਰਾਜ ਜੀ ਨੂੰ, ਕਿਉਂਕਿ ਹੁਣ ਉਹਨਾਂ ਦੀ ਕੋਈ ਪੇਸ਼ ਤਾਂ ਗਈ ਨਹੀਂ। ਸਤਿਗੁਰੂ ਮਹਾਰਾਜ ਨੇ ਕਹਿਤਾ ਇਹ ਜਿਹੜਾ ਜੁਗਾਦ ਸੱਚ ਹੈ ਨਾ, ਇਹ ਸੰਧੀ ਛੇਦ ਕਾਲ ਹੈ, ਇਹਨੂੰ ਕਾਲਾਂ ਵਿੱਚ ਨਹੀਂ ਗਿਣਿਆ। ਜੇ ਸਤਿਗੁਰੂ ਸਾਰੇ ਦਾਉ ਪੇਚ ਜਾਣਦੇ ਨੇ, ਕਿਉਂਕਿ ਗੁਰ ਪੂਰਾ, ਮੇਰਾ ਗੁਰ ਪੂਰਾ, ਇਹ ਮੇਰੇ ਸਤਿਗੁਰੂ ਪੂਰੇ ਨੇ, ਉਹਨਾਂ ਦੇ ਅੱਗੇ ਕੋਈ ਜਵਾਬ ਕਿਸੇ ਨੂੰ ਆਉਂਦਾ ਹੀ ਨਹੀਂ। ਉਹ ਨਿਆਣਿਆਂ ਵਾਂਗੂ ਚਲਾਕੀ ਮਾਰਦੇ ਨੇ। ਸਤਿਗੁਰੂ ਨੂੰ ਵੀ ਪਤਾ ਵੀ ਇਹ ਮੈਨੂੰ ਇਹ ਪ੍ਰਸ਼ਨ ਕਰਨਗੇ। ਕਹਿੰਦੇ ਮਹਾਰਾਜ ਉਹਨਾਂ ਨੂੰ ਪਤਾ ਸੀ ਇਹ 3 ਕਾਲ ਕਹਿਣਗੇ ਤਾਂ 4 ਵਾਲੇ ਚੱਕਰ 'ਚ ਉਲਝਾਵਾਂਗੇ। ਮਹਾਰਾਜ ਨੇ ਪਹਿਲਾਂ ਹੀ 4 ਕਾਲ ਕਹਿਤੇ, ਉਹਨਾਂ ਨੂੰ ਪਤਾ ਮੈਨੂੰ ਪ੍ਰਸ਼ਨ ਕਰਨਾ ਇਹਨਾਂ ਨੇ। ਕਹਿੰਦੇ ਮਹਾਰਾਜ ਕਾਲ ਤਾਂ 3 ਹੁੰਦੇ ਨੇ। ਮਹਾਰਾਜ ਕਹਿੰਦੇ ਜਿਹੜਾ ਜੁਗਾਦ ਸੱਚ ਨੇ ਸੰਧੀ ਛੇਦ ਕਾਲ ਹੈ, ਇਹਨੂੰ ਕਾਲ ਵਿੱਚ ਗਿਣਿਆ ਨਹੀਂ ਜਾਂਦਾ, ਨਿਰੁੱਤਰ ਕਰ ਦਿੱਤੇ। ਜਦੋਂ ਮਹਾਰਾਜ ਨੇ ਬਿਲਕੁਲ ਮੂਲ ਮੰਤਰ ਵਿੱਚ ਹੀ ਨਿਰੁੱਤਰ ਕਰਤੇ ਤਾਂ ਇਉਂ ਜਿਵੇਂ ਡੰਡੇ ਵਾਂਗੂ ਲੰਮੇ ਪੈ ਜਾਂਦੇ ਨੇ, ਫਿਰ ਮੱਥਾ ਟੇਕਣ ਲੱਗ ਗਏ, ਨੱਕ ਰਗੜਨ ਲੱਗ ਗਏ ਮਹਾਰਾਜ ਦੇ ਅੱਗੇ। ਫਿਰ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਸਾਰੇ ਝੋਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੇ ਸੰਸਾਰ ਨੂੰ ਜਿੱਤਿਆ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੇ ਆਸਰੇ। ਮਹਾਰਾਜ ਕਹਿੰਦੇ ਇੱਕ ਸੰਗਤ ਤੋਂ ਬਿਨਾਂ ਤੇ ਇੱਕ ਸ਼ਬਦ ਤੋਂ ਬਿਨਾਂ ਮੈਨੂੰ ਹੋਰ ਕੋਈ ਓਟ ਨਹੀਂ ਹੈ। ਗੁਰਬਾਣੀ ਸੰਗਤ ਬਿਨਾਂ ਓਟ ਨਹੀਂ ਹੈ ਰਾਈ। ਰਾਈ ਜਿੰਨੀ ਵੀ ਓਟ ਮੈਂ ਹੋਰ ਗ੍ਰਹਿਣ ਨਹੀਂ ਕੀਤੀ, ਗੁਰਬਾਣੀ ਦੀ ਅਤੇ ਸੰਗਤ ਦੀ ਓਟ ਹੈ ਮੈਨੂੰ। ਪਰ ਮਹਾਰਾਜ ਤੁਸੀਂ ਤਾਂ ਸਾਨੂੰ ਆਸਰਾ ਦੇਣ ਵਾਲੇ ਹੋ, ਕਹਿੰਦੇ ਤੁਹਾਨੂੰ ਵੀ ਤਾਂ ਨਿਮਰਤਾ ਸਿਖਾਉਣੀ ਆ ਨਾ, ਤੁਹਾਨੂੰ ਸਿਖਾਉਣ ਵਾਸਤੇ ਅਸੀਂ ਕਹਿੰਦੇ ਹਾਂ ਭਾਈ ਸਾਧ ਸੰਗਤ ਸ਼ਬਦ ਦਾ ਆਸਰਾ ਰੱਖਿਓ ਤੇ ਸੰਗਤ ਦਾ ਆਸਰਾ ਹਮੇਸ਼ਾ ਤੱਕਿਓ। ਸੰਗਤ ਕਿਲਾ ਰੂਪ ਹੁੰਦੀ ਹੈ ਬੰਦੇ ਵਾਸਤੇ, ਸ਼ਬਦ ਦਾ ਕਿਲਾ। ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ, ਤੇ ਇੱਕ ਸੰਗਤ ਦਾ ਕਿਲਾ। ਇਹ 2 ਕਿਲੇ ਨਹੀਂ ਛੱਡਣੇ, ਸਦਾ ਇਹਨਾਂ ਕਿਲਿਆਂ ਦੇ ਵਿੱਚ ਰਹਿਣਾ। ਜਿਹੜਾ ਇਹਨਾਂ ਕਿਲਿਆਂ ਦੇ ਵਿੱਚ ਰਹੂਗਾ ਉਹਦੀ ਸਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੁਸ਼ਮਣਾਂ ਤੋਂ ਰੱਖਿਆ ਹੋਵੇਗੀ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਧਾਂ ਦੇ ਕੁਝ ਹੋਰ ਪ੍ਰਸ਼ਨ ਬਾਕੀ ਸੀ, ਉਹਨਾਂ ਦੀ ਨਿਵਰਤੀ ਕਰ ਦਿੱਤੀ ਹੈ। ਕੱਲ ਤੋਂ ਹੁਣ ਪ੍ਰਾਰੰਭ ਕਰਾਂਗੇ। ਪਹਿਲੀ ਪੌੜੀ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ਾਂ ਕਰਨਗੇ। ਪਿਆਰ ਸਤਿਕਾਰ ਨਾਲ ਸਮੇਂ ਸਿਰ ਪਹੁੰਚ ਕੇ ਲਾਭ ਉਠਾਉਣਾ ਸੰਗਤਾਂ ਨੇ। ਆਓ ਜਾਪ ਕਰੀਏ ਉਸ ਵਾਹਿਗੁਰੂ ਦਾ ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਆਪਾਂ ਨੂੰ ਇੰਨੀਆਂ ਵੱਡੀਆਂ ਦਾਤਾਂ ਪ੍ਰਾਪਤ ਹੋਈਆਂ ਨੇ। ਪਿਆਰ ਨਾਲ ਜਪੋ ਵਾਹਿਗੁਰੂ ਵਾਹਿਗੁਰੂ।